ਮਾਝੇ ਵਾਲੇ ਇੰਨੇ ਭੈੜੇ ਕਿਉਂ ਨੇ? ਪਹਿਲਾਂ ਕੈਪਟਨ ਨਾਲ ਤੇ ਹੁਣ ਸਿੱਧੂ ਨਾਲ। ਇੱਕ ਗੱਲ ਮਾਝੇ ਵਾਲਿਆਂ ਦੀ ਇਹ ਜ਼ਰੂਰ ਆ ਕਿ ਜਿਹਦੇ ਨਾਲ ਖੜਦੇ ਆ ਉਹ ਦਿਲੋਂ ਖੜਦੇ ਆ। ਅੱਜ ਵੀ ਜਿੱਥੇ ਵੀ ਖੜੇ ਆ ਦਿਲੋਂ ਖੜੇ ਆ। ਜਦੋਂ ਪੋਲੀਟੀਕਲ ਡਿਸੀਜਨ ਜਿਹੜੇ ਅਫਸਰ ਲੈਣ ਲੱਗ ਪਏ ਉਦੋਂ ਖੇਡ ਥੋੜੀ ਜਿਹੀ ਵਿਗੜਨੀ ਸ਼ੁਰੂ ਹੋਈ। ਜੇ ਇਹੋ ਸਲਾਹ ਪੋਲੀਟੀਕਲ ਬੰਦਿਆਂ ਨਾਲ ਕਰਦੇ ਹੁੰਦੇ ਤੇ ਅੱਜ ਸ਼ਾਇਦ ਇਹੋ ਜਿਹੀ ਕੋਈ ਗੱਲ ਹੀ ਨਾ ਹੁੰਦੀ। ਕੀ ਨਵੇਂ ਸਲਾਹਕਾਰਾਂ ਨੇ ਵਧੀਆ ਸਲਾਹਾਂ ਨਹੀਂ ਦਿੱਤੀਆਂ? ਪੰਜਾਬ ਦੇ ਲੋਕਾਂ ਨੂੰ ਨਹੀਂ ਜਚੀਆਂ, ਹਾਈ ਕਮਾਂਡ ਨੂੰ ਨਹੀਂ ਜਚੀਆਂ। ਕੀ ਕਾਰਨ ਆ ਕਿ ਉਹ ਮਾਝਾ ਐਕਸਪ੍ਰੈਸ ਜਿਹੜੀ ਕੈਪਟਨ ਦੇ ਨਾਲ ਖੜੀ ਹੁੰਦੀ ਸੋ ਮਾਝਾ ਐਕਸਪ੍ਰੈਸ ਦੂਰ ਕਿਉਂ ਹੋ ਗਈ ਕੈਪਟਨ ਤੋਂ? ਮੈਨੂੰ ਤੇ ਉਸ ਅਫਸਰ ਨੇ ਜਦੋਂ ਮੇਰੀ ਬੇਇੱਜ਼ਤੀ ਕੀਤੀ, ਮੈਨੂੰ ਇਨਸਲਟ ਆਪਣੀ ਫੀਲ ਕੀਤੀ ਮੈਂ, ਔਰ ਮੈਂ ਥੋੜਾ ਪਿੱਛੇ ਹਟ ਗਿਆ ਕਿ ਮੈਂ ਇਹ ਸਮਝਦਾ ਹਾਂ ਕਿ ਕੈਪਟਨ ਸਾਹਿਬ ਦੀ ਵੀ ਮਜਬੂਰੀ ਆ ਕਿ ਉਸ ਅਫਸਰ ਤੋਂ ਬਗੈਰ ਉਹਨਾਂ ਦਾ ਗੁਜ਼ਾਰਾ ਨਹੀਂ। 2022 ਲਈ ਚਿਹਰਾ ਕੌਣ ਹੋਏਗਾ? ਸਿੱਧੂ ਸਾਹਿਬ ਨੇ ਤੇ ਆਪਣੀ ਇੱਛਾ ਵੀ ਪਤਾ ਲੱਗਾ ਜ਼ਾਹਰ ਕੀਤੀ ਸੀ ਉਹਨਾਂ ਨੂੰ ਮਿਲਣ ਦੀ, ਔਰ ਉਹਨਾਂ ਨੇ ਨਾ ਕਰਤੀ ਕੋਈ ਗੱਲ ਕਰਕੇ। ਗੱਲਾਂ ਪੋਲੀਟੀਕਲ ਤੌਰ ਤੇ ਕਈ ਵਾਰੀ ਹੋ ਜਾਂਦੀਆਂ, ਜਦੋਂ ਬੰਦਾ ਇੱਕ ਮੰਚ ਤੇ ਇਕੱਠਾ ਆ ਜਾਵੇ ਤੇ ਉਹਨੂੰ ਸਾਰਾ ਕੁਝ ਭੁੱਲਣਾ ਚਾਹੀਦਾ। ਪੰਜਾਬੀ ਦਾ ਇੱਕ ਗੀਤ ਹੈ, ਅਸੀਂ ਮਾਝੇ ਵਾਲੇ ਭੈੜੇ ਆ। ਇਹ ਕਾਂਗਰਸ ਦੀ ਮੌਜੂਦਾ ਰਾਜਨੀਤੀ ਤੇ ਢੁੱਕ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਨਵੇਂ ਸਲਾਹਕਾਰ ਬਣਾਏ ਤਾਂ ਮਾਝੇ ਵਾਲੇ ਜਾ ਕੇ ਖੜੇ ਹੋ ਗਏ। ਸਿੱਧੂ ਦੇ ਨਾਲ ਮਾਝੇ ਦੇ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਸਾਡੇ ਨਾਲ ਨੇ। ਇਹ ਮਾਝੇ ਵਾਲੇ ਇੰਨੇ ਭੈੜੇ ਕਿਉਂ ਨੇ? ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਮਾਝੇ ਵਾਲੇ ਇੰਨੇ ਭੈੜੇ ਕਿਉਂ ਨੇ? ਪਹਿਲਾਂ ਕੈਪਟਨ ਨਾਲ ਤੇ ਹੁਣ ਸਿੱਧੂ ਨਾਲ। ਦੇਖੋ, ਮੈਂ ਤੇ ਪਹਿਲੋਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਣਾ, ਫਤਿਹ ਬੁਲਾਉਣਾ। ਮੈਨੂੰ ਨਹੀਂ ਪਤਾ ਇਹ ਗੀਤ, ਮੈਂ ਤਾਂ ਕਦੀ ਸੁਣਿਆ ਨਹੀਂ, ਪਰ ਇੱਕ ਗੱਲ ਮਾਝੇ ਵਾਲਿਆਂ ਦੀ ਇਹ ਜ਼ਰੂਰ ਆ ਕਿ ਜਿਹਦੇ ਨਾਲ ਖੜਦੇ ਆ ਉਹ ਦਿਲੋਂ ਖੜਦੇ ਆ। ਔਰ ਅੱਜ ਵੀ ਜਿੱਥੇ ਵੀ ਖੜੇ ਆ ਦਿਲੋਂ ਖੜੇ ਆ। ਕੋਈ ਵਿਖਾਵਾ ਨਹੀਂ, ਕੋਈ ਛਲਕ ਨਹੀਂ। ਇਹ ਪਹਿਲੋਂ ਵੀ ਸੀ, ਹੁਣ ਵੀ ਆ, ਅੱਗੋਂ ਵੀ ਇਤਨਾ। ਕਿ ਕੈਪਟਨ ਦੇ ਨਵੇਂ ਸਲਾਹਕਾਰ ਹੋ ਗਏ, ਮਾਝੇ ਵਾਲਿਆਂ ਨੂੰ ਮਾਝੇ ਵਾਲਿਆਂ ਨੂੰ ਗੁੱਸਾ ਆਇਆ ਤੇ ਮਾਝੇ ਵਾਲੇ ਉਧਰ ਨੂੰ ਚਲੇ ਗਏ, ਜਾਂ ਇਹੋ ਜਿਹਾ ਕੁਝ ਨਹੀਂ ਹੈ? ਨਹੀਂ, ਇਹੋ ਜਿਹੀਆਂ ਗੱਲਾਂ ਨਹੀਂ। ਨਵੇਂ ਸਲਾਹਕਾਰ ਤੇ ਆਉਂਦੇ ਜਾਂਦੇ ਰਹਿੰਦੇ ਆ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਅਸੀਂ ਤੇ ਹਮੇਸ਼ਾ ਉਹਨਾਂ ਨੂੰ ਵੀ ਚੰਗੀ ਸਲਾਹ ਹੀ ਦਿੱਤੀ ਹੈ ਜਿਹੜੇ ਉਹਨਾਂ ਨੇ ਲੈਣ ਦੀ ਕੋਸ਼ਿਸ਼ ਕੀਤੀ ਹੈ। ਔਰ ਪਰ ਅੱਜ ਕੱਲ੍ਹ ਜ਼ਿਆਦੀਆਂ ਸਲਾਹਾਂ, ਪਤਾ ਨਹੀਂ ਨਵੇਂ ਸਲਾਹਕਾਰ ਕਿਹੜੇ ਹੀ, ਪਰ ਜ਼ਿਆਦਾ ਜਦੋਂ ਪੋਲੀਟੀਕਲ ਡਿਸੀਜਨ ਜਿਹੜੇ ਅਫਸਰ ਲੈਣ ਲੱਗ ਪਏ ਉਦੋਂ ਖੇਡ ਥੋੜੀ ਜਿਹੀ ਵਿਗੜਨੀ ਸ਼ੁਰੂ ਹੋਈ। ਜੇ ਇਹੋ ਸਲਾਹ ਪੋਲੀਟੀਕਲ ਬੰਦਿਆਂ ਨਾਲ ਕਰਦੇ ਹੁੰਦੇ ਤੇ ਅੱਜ ਸ਼ਾਇਦ ਇਹੋ ਜਿਹੀ ਕੋਈ ਗੱਲ ਹੀ ਨਾ ਹੁੰਦੀ। ਕੀ ਨਵੇਂ ਸਲਾਹਕਾਰਾਂ ਨੇ ਵਧੀਆ ਸਲਾਹਾਂ ਨਹੀਂ ਦਿੱਤੀਆਂ? ਚਲੋ, ਉਹ ਤੇ ਆਪਣੇ ਵੱਲੋਂ ਵਧੀਆ ਹੀ ਦਿੰਦੇ ਹੋਣਗੇ, ਪਰ ਪੰਜਾਬ ਦੇ ਲੋਕਾਂ ਨੂੰ ਨਹੀਂ ਜਚੀਆਂ, ਹਾਈ ਕਮਾਂਡ ਨੂੰ ਨਹੀਂ ਜਚੀਆਂ। ਇਸੇ ਕਰਕੇ ਹੀ ਵੇਖੋ, ਜਾਖੜ ਸਾਹਿਬ ਨੇ ਬੜਾ ਚੰਗਾ ਕੰਮ ਕੀਤਾ ਜਿੰਨਾ ਚਿਰ ਪਾਰਟੀ ਦੇ ਪ੍ਰਧਾਨ ਰਹੇ ਆ, ਔਰ ਪਾਰਟੀ ਦਾ ਫੈਸਲਾ ਸਾਨੂੰ ਸਾਰਿਆਂ ਨੂੰ ਮੰਨਣਾ ਚਾਹੀਦਾ। ਅੱਜ ਮੈਂ ਵੀ ਇਸ ਗੱਲ ਦੀ ਸਿੱਧੂ ਸਾਹਿਬ ਨੂੰ ਉਹਨਾਂ ਪ੍ਰਧਾਨ ਬਣਾਇਆ, ਔਰ ਉਹਨਾਂ ਦੇ ਨਾਲ 4 ਜਿਹੜੇ ਵਰਕਿੰਗ ਪ੍ਰਧਾਨ ਬਣਾਏ ਆ, ਬੜਾ ਸੋਚ ਸਮਝ ਕੇ ਫੈਸਲਾ ਕੀਤਾ। ਮੈਂ ਆਪਣੇ ਦਿਲੋਂ ਸਭ ਤੋਂ ਪਹਿਲਾਂ ਹਾਈ ਕਮਾਂਡ ਦਾ ਧੰਨਵਾਦ ਵੀ ਕਰਦਾ ਤੇ ਉਹਨਾਂ ਸਾਰੇ ਆਪਣੇ ਜਿਹੜੇ ਅਹੁਦੇਦਾਰ ਬਣੇ ਆ ਉਹਨਾਂ ਨੂੰ ਵਧਾਈ ਦਿੰਦਾ। ਕੀ ਲੱਗਦਾ ਗਾ ਤੁਹਾਨੂੰ, ਕੈਪਟਨ ਤੇ ਸਿੱਧੂ ਮਿਲ ਕੇ ਚੱਲ ਲੈਣਗੇ ਇਕੱਠੇ? ਦੇਖੋ, ਪੰਜਾਬ ਦੇ ਅਸੀਂ ਤੇ ਹਮੇਸ਼ਾ ਪੰਜਾਬ ਦੇ ਭਲੇ ਦੀ ਗੱਲ ਕੀਤੀ ਹੈ, ਪੰਜਾਬ ਦੀ ਬਿਹਤਰੀ ਦੀ ਗੱਲ ਕੀਤੀ ਹੈ, ਔਰ ਕਦੀ ਵੀ ਆਪਣੇ ਨਿੱਜੀ ਸਵਾਰਥ ਲਈ ਕੋਈ ਗੱਲ ਨਹੀਂ ਕੀਤੀ। ਹਮੇਸ਼ਾ ਜਿੱਥੇ ਵੀ ਪਾਲਿਸੀਆਂ ਦੀ ਗੱਲ ਆਉਂਦੀ ਉਹ ਕਰਦੇ ਰਹੇ ਹਾਂ, ਔਰ ਅਸੀਂ ਚਾਹਾਂਗੇ ਕਿ ਪੰਜਾਬ ਦੀ ਬਿਹਤਰੀ ਲਈ ਇਸ ਵੇਲੇ ਕੈਪਟਨ ਸਾਹਿਬ ਔਰ ਸਿੱਧੂ ਸਾਹਿਬ ਨੂੰ ਇਕੱਠਿਆਂ ਚੱਲਣਾ ਚਾਹੀਦਾ। ਇਹਦਾ ਕੀ ਕਾਰਨ ਆ ਕਿ ਉਹ ਮਾਝਾ ਐਕਸਪ੍ਰੈਸ ਜਿਹੜੀ ਕੈਪਟਨ ਦੇ ਨਾਲ ਖੜੀ ਹੁੰਦੀ ਸੋ ਮਾਝਾ ਐਕਸਪ੍ਰੈਸ ਦੂਰ ਕਿਉਂ ਹੋ ਗਈ ਕੈਪਟਨ ਤੋਂ? ਦੂਰ ਕੈਪਟਨ ਸਾਹਿਬ ਤੋਂ ਦੂਰ ਮੈਂ ਨਹੀਂ ਸਮਝਦਾ ਕੋਈ ਇਹੋ ਜਿਹੀ ਗੱਲ ਸੀਗੀ, ਪਰ ਤੁਹਾਨੂੰ ਪਤਾ, ਤੁਸੀਂ ਮੇਰੀ ਪਹਿਲੀ ਇੰਟਰਵਿਊ ਵੀ ਲਈ ਸੀ, ਮੈਨੂੰ ਕੈਪਟਨ ਸਾਹਿਬ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਸੀ। ਮੈਨੂੰ ਤੇ ਉਸ ਅਫਸਰ ਨੇ ਜਦੋਂ ਮੇਰੀ ਬੇਇੱਜ਼ਤੀ ਕੀਤੀ, ਮੈਨੂੰ ਇਨਸਲਟ ਆਪਣੀ ਫੀਲ ਕੀਤੀ ਮੈਂ, ਔਰ ਮੈਂ ਥੋੜਾ ਪਿੱਛੇ ਹਟ ਗਿਆ ਕਿ ਮੈਂ ਇਹ ਸਮਝਦਾ ਹਾਂ ਕਿ ਕੈਪਟਨ ਸਾਹਿਬ ਦੀ ਵੀ ਮਜਬੂਰੀ ਆ ਕਿ ਉਸ ਅਫਸਰ ਤੋਂ ਬਗੈਰ ਉਹਨਾਂ ਦਾ ਗੁਜ਼ਾਰਾ ਨਹੀਂ। ਇਹ ਤੋਂ ਬਿਹਤਰ ਇਹੋ ਆਪ ਥੋੜਾ ਪਿੱਛੇ ਹਟ ਜਾਓ। ਹਾਲਾਂਕਿ ਸੁਖ ਸਰਕਾਰੀਆ ਕੋਈ ਵੀ ਅਫਸਰ, ਛੋਟੇ ਤੋਂ ਛੋਟਾ ਵੀ ਦੱਸੇ ਕਿ ਸੁਖ ਸਰਕਾਰੀਏ ਨੇ ਕਿਸੇ ਅਫਸਰ ਨਾਲ ਬਦਤਮੀਜ਼ੀ ਕੀਤੀ ਆ, ਹਮੇਸ਼ਾ ਅਫਸਰਾਂ ਨੂੰ ਇੱਜ਼ਤ ਦਿੰਦੇ ਆ ਔਰ ਦਿੰਦੇ ਵੀ ਰਹਿਣਾ, ਔਰ ਐਕਸਪੈਕਟ ਵੀ ਇਸੇ ਕਰਕੇ ਕਰਦੇ ਆ ਕਿ ਜੇ ਅਸੀਂ ਇੱਜ਼ਤ ਦਿੰਦੇ ਆ ਤੇ ਉਹਨਾਂ ਨੂੰ ਵੀ ਸਾਡੀ ਇੱਜ਼ਤ ਕਰਨੀ ਚਾਹੀਦੀ। ਤੁਸੀਂ ਨਹੀਂ, ਬਾਕੀ ਮੈਂ ਕਹਿੰਦਾ ਮਾਝੇ ਵਾਲੇ ਸਾਰੇ, ਚਾਹੇ ਉਹ ਰੰਧਾਵਾ ਨੇ, ਚਾਹੇ ਤ੍ਰਿਪਤ ਬਾਜਵਾ ਨੇ, ਜਿਹੜੇ ਸਭ ਤੋਂ ਕਲੋਜ਼ ਮਝੈਲ ਸੀਗੇ, ਉਹ ਸਭ ਤੋਂ ਦੂਰ ਹੋ ਗਏ। ਦੇਖੋ, ਅਸੀਂ ਤੁਹਾਨੂੰ ਯਾਦ ਹੋਊਗਾ ਪਿਛਲੇ ਸਮੇਂ 'ਚ ਵੀ ਜਦੋਂ ਕੈਪਟਨ ਸਾਹਿਬ ਦਾ ਡਾਊਨਫਾਲ ਸੀਗਾ
ਉਦੋਂ ਵੀ ਕੈਪਟਨ ਸਾਹਿਬ ਨਾਲ ਖੜੇ ਸਾਂ ਔਰ ਤਿੰਨੇ ਸਾਡਾ ਮਸ਼ਹੂਰੀ ਵੀ ਜਿਹੜੀ ਉਸ ਵੇਲੇ ਮਾਝਾ ਬ੍ਰਿਗੇਡ ਦੀ ਉਸ ਸਮੇਂ ਹੀ ਸਾਡਾ ਨਾਂ ਲੋਕਾਂ ਨੇ ਰੱਖ ਦਿੱਤਾ ਸੀ ਔਰ ਦਿਲੋਂ ਹੋ ਕੇ ਅਸੀਂ ਕੈਪਟਨ ਸਾਹਿਬ ਲਈ ਕੰਮ ਕੀਤਾ ਔਰ ਪ੍ਰਮਾਤਮਾ ਦੀ ਕਿਰਪਾ ਨਾਲ ਹਾਈ ਕਮਾਂਡ ਨੇ ਫੈਸਲਾ ਲਿਆ ਔਰ ਕੈਪਟਨ ਸਾਹਿਬ ਨੂੰ ਪ੍ਰਧਾਨ ਬਣਾਇਆ ਔਰ ਵਾਹਿਗੁਰੂ ਦੀ ਕਿਰਪਾ ਨਾਲ ਸਾਡੀ ਸਰਕਾਰ ਵੀ ਬਣੀ ਹੈ। ਜਿੱਥੋਂ ਤੱਕ ਸੁਖਜਿੰਦਰ ਰੰਧਾਵਾ ਔਰ ਬਾਜਵਾ ਸਾਹਿਬ ਦੀ ਗੱਲ ਆ, ਉਹਨਾਂ ਹਮੇਸ਼ਾ ਪਾਲਿਸੀਆਂ ਦੀ ਗੱਲ ਕੀਤੀ ਆ, ਨਿੱਜੀ ਗੱਲ ਨਹੀਂ ਉਹਨਾਂ ਕੀਤੀ ਕੈਪਟਨ ਸਾਹਿਬ ਨਾਲ ਕਦੇ ਵੀ ਆਹ ਜਿਹੜੀ ਚੀਜ਼ ਆ ਆਪਾਂ ਆਹ ਵਾਅਦਾ ਕੀਤਾ ਪੂਰਾ ਕਰਨਾ ਚਾਹੀਦਾ। ਔਰ ਜਦੋਂ ਨਹੀਂ ਕੋਈ ਗੱਲ ਬਣਦੀ ਸੀ ਫਿਰ ਹਾਰ ਕੇ ਮਜਬੂਰਨ ਬੰਦਾ ਇਹੋ ਹੀ ਕਰ ਸਕਦਾ, ਫਿਰ ਚੁੱਪ ਕਰਕੇ ਪਿੱਛੇ ਹਟ ਗਿਆ। ਹੋਰ ਤੇ ਕੋਈ ਉਹਨਾਂ ਦੀ ਕੋਈ ਵਿਰੋਧਤਾ ਨਹੀਂ ਕੀਤੀ, ਨਾ ਕੋਈ ਗੱਲ ਕੀਤੀ ਆ। ਬਾਕੀ ਹਾਈ ਕਮਾਂਡ ਦਾ ਫੈਸਲਾ ਆ, ਸਿੱਧੂ ਨੂੰ ਲੋਕ ਪਸੰਦ ਕਰਦੇ ਔਰ ਸਾਨੂੰ ਵੀ ਖੁਸ਼ੀ ਆ, ਅਸੀਂ ਵੀ ਉਹ ਪੂਰਾ ਡਟ ਕੇ ਉਹਨਾਂ ਦਾ ਸਾਥ ਦੇਵਾਂਗੇ। 2022 ਲਈ ਚਿਹਰਾ ਕੌਣ ਹੋਏਗਾ? ਇਹ ਤੇ ਦੇਖੋ ਪਾਰਟੀ ਹਾਈ ਕਮਾਂਡ ਨੇ ਫੈਸਲਾ ਕਰਨਾ। ਅਜੇ ਤੇ ਵੇਖੋ ਪ੍ਰਧਾਨ ਔਰ ਜਦੋਂ ਸਰਕਾਰ ਹੁੰਦੀ ਹੈ ਸੀਐਮ ਦੋਵਾਂ ਦਾ ਰੋਲ ਬਹੁਤ ਹੁੰਦਾ। ਜੇ ਤੇ ਸਾਰੇ ਸਲਾਹ ਨਾਲ ਸੀਐਮ ਸਾਹਿਬ ਵੀ ਪਤਾ ਨਹੀਂ ਕਿਉਂ ਨਹੀਂ, ਸਿੱਧੂ ਸਾਹਿਬ ਨੇ ਤੇ ਆਪਣੀ ਇੱਛਾ ਵੀ ਪਤਾ ਲੱਗਾ ਯਾਰ ਕੀਤੀ ਸੀ ਉਹਨਾਂ ਨੂੰ ਮਿਲਣ ਦੀ ਔਰ ਉਹਨਾਂ ਨੇ ਨਾ ਕਰਤੀ ਕੋਈ ਗੱਲ ਕਰਕੇ, ਪਰ ਮਿਲ ਲੈਂਦੇ ਚੰਗਾ ਹੁੰਦਾ, ਪਾਰਟੀ ਦੇ ਹਿੱਤ ਲਈ ਵੀ ਚੰਗਾ ਹੁੰਦਾ। ਔਰ ਅੱਜ ਫੈਸਲਾ ਦਾ ਜਿਹੜਾ, ਕਿਉਂਕਿ ਜਦੋਂ ਹਾਈ ਕਮਾਂਡ ਨੇ ਕੈਪਟਨ ਸਾਹਿਬ ਨੂੰ ਵੀ ਇਗਨੋਰ ਨਹੀਂ ਸੀ ਕੀਤਾ, ਉਹਨਾਂ ਨੂੰ ਪੁੱਛ ਕੇ ਹੀ ਸਾਰਾ ਫੈਸਲਾ ਲੈਣਾ ਚਾਹੁੰਦੇ ਸੀ, ਪਰ ਦੇ ਦਿੰਦੇ ਟਾਈਮ ਪਤਾ ਨਹੀਂ ਕੀ ਉਹਨਾਂ ਦੇ ਮਨ 'ਚ ਆਇਆ, ਕਿਉਂ ਨਹੀਂ ਉਹਨਾਂ ਦਿੱਤਾ, ਇਹ ਤੇ ਉਹੋ ਹੀ ਜਾਣਦੇ ਆ, ਜਾਂ ਕਿਹੜੇ ਸਲਾਹਕਾਰਾਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਉਹਨੂੰ ਨਾ ਮਿਲੋ। ਇਸੇ ਕਰਕੇ ਹੀ ਥੋੜ੍ਹਾ ਜਿਹਾ ਮਹਿਸੂਸ ਜਿਹਾ ਹੋਇਆ, ਪੰਜਾਬ ਦੀ ਜਨਤਾ ਨੂੰ ਵੀ ਹੋਇਆ ਔਰ ਹਾਈ ਕਮਾਂਡ ਨੇ ਰਾਤੀ ਹੁਣ ਫੈਸਲਾ ਕਰਤਾ। ਪ੍ਰਮਾਤਮਾ ਕਰੇ ਗਾਂ ਹੀ ਕੰਮ ਠੀਕ ਠਾਕ ਚੱਲੇ ਔਰ ਸਾਰੇ ਰਲ ਮਿਲ ਕੇ ਕੰਮ ਕਰਨ। ਸਿੱਧੂ ਉਮੀਦ ਨੇ, ਤੁਹਾਨੂੰ ਲੱਗਦਾ ਸਿੱਧੂ ਇੱਕ ਬਹੁਤ ਵੱਡੀ ਉਮੀਦ ਨੇ 2022 ਲਈ ਕਾਂਗਰਸੀਆਂ ਮੁਤਾਬਕ, ਜਾਂ ਉਹਨਾਂ ਦੇ ਆਉਣ ਨਾਲ ਕੋਈ ਫਰਕ ਪੈ ਰਿਹਾ? ਦੇਖੋ ਨੋ ਡਾਊਟ ਸਿੱਧੂ ਸਾਹਿਬ ਦੇ ਪ੍ਰਧਾਨ ਬਣਨ ਦੇ ਨਾਲ ਸਾਡੀ ਪਾਰਟੀ ਨੂੰ ਬੜਾ ਬੂਸਟ ਮਿਲਿਆ ਔਰ ਖਾਸ ਕਰਕੇ ਯੰਗਸਟਰ ਜਿਹੜੇ ਮੁੰਡੇ ਸੀ। ਹੁਣ ਮੈਂ ਇੱਕ ਐਗਜ਼ਾਮਪਲ ਦੇਣਾ ਆ, ਰਾਤੀ ਸਿੱਧੂ ਸਾਹਿਬ ਦੀ ਅਨਾਉਂਸਮੈਂਟ ਹੋਈ ਆ, अब ਪਿੱਛੇ ਜੇ ਸਾਡੇ ਨਾਲ ਹੀ ਕੋਈ ਸੰਬੰਧਿਤ ਮੁੰਡੇ ਸੀਗੇ ਯੰਗਸਟਰ, ਕਾਲੀਆਂ ਦੇ ਨਾਲ ਵੀ ਸੰਬੰਧਿਤ ਸੀ, ਆ ਮੇਰੇ ਕੋਲ ਹੁਣ ਵੀ ਅੱਜ ਸਵੇਰੇ ਹਲਕੇ 'ਚ ਆਏ ਆ ਔਰ ਉਹ ਵੀ ਦੋਵੇਂ ਸਾਡੇ ਯੰਗ ਸਰਪੰਚ ਆ ਔਰ ਉਹਨਾਂ ਨੇ ਮੈਨੂੰ ਖੁਦ ਇਹ ਗੱਲ ਕਹੀ ਵੀ ਜੀ ਜਿਹੜੇ ਮੁੰਡੇ ਮਾੜਾ ਮੋਟਾ ਕੋ ਗੱਲਾਂ ਕਰਦੇ ਸੀ ਆਪਦੀਆਂ ਕਾਲੀਆਂ ਵਾਲ ਤੇ ਉਹਨਾਂ ਜਾਣਾ ਨਹੀਂ ਸੀ, ਆਂਦੇ ਰਾਤ ਦੇ ਖੁਸ਼ੀਆਂ ਮਨਾਉਣ ਡਏ ਔਰ ਕਹਿੰਦੇ ਵੀ ਹੁਣ ਤੁਹਾਡੀ ਸਰਕਾਰ ਬਣੂਗੀ, ਅਸੀਂ ਬਿਲਕੁਲ ਡਟ ਕੇ ਤੁਹਾਡੇ ਨਾਲ ਖੜਾਂਗੇ। ਔਰ ਇਹਦਾ ਮਤਲਬ ਇਹ ਕਿਸੇ ਨੇ ਨਹੀਂ ਕਿਹਾ, ਆਮ ਜਨਤਾ ਦੇ ਮਨ 'ਚ, ਖਾਸ ਕਰਕੇ ਯੰਗਸਟਰਸ ਦੇ ਮਨ 'ਚ ਇਹ ਪਹਿਲੋਂ ਹੀ ਸੀ ਕਿ ਸਿੱਧੂ ਸਾਹਿਬ ਪ੍ਰਧਾਨ ਬਣਨ ਔਰ ਕਾਂਗਰਸ ਦੀ ਇੱਥੇ ਸਰਕਾਰ। ਤੁਹਾਨੂੰ ਲੱਗਦਾ ਇੱਕ ਉਮੀਦ, ਇੱਕ ਆਸ ਸਿੱਧੂ ਨੇ? ਬਿਲਕੁਲ ਜੀ ਬਿਲਕੁਲ, ਉਹਨਾਂ ਨੂੰ ਪਾਰਟੀ ਨੇ ਸੋਚ ਸਮਝ ਕੇ ਫੈਸਲਾ ਕੀਤਾ ਹੈ ਔਰ ਉਹ ਮੇਰਾ ਖਿਆਲ ਹੈ ਕਿ ਚੰਗੀ ਜਿੱਤ ਪਾਰਟੀ ਨੂੰ ਦਿਵਾਉਣ 'ਚ ਉਹਨਾਂ ਦਾ ਬਹੁਤ ਵੱਡਾ ਰੋਲ ਹੋਏਗਾ ਸਿੱਧੂ ਸਾਹਿਬ ਦਾ। ਹੁਣ ਇੱਕ ਮੀਟਿੰਗ ਵੀ ਤੁਹਾਡੀ ਹੋਣ ਜਾ ਰਹੀ ਹੈ ਸਿੱਧੂ ਦੇ ਨਾਲ, ਸਾਰੇ ਐਮਐਲਏ ਸਾਰੇ ਮੰਤਰੀ ਤੁਸੀਂ ਮਿਲਣ ਜਾ ਰਹੇ ਹੋ? ਨਹੀਂ, ਸਿੱਧੂ ਸਾਹਿਬ ਦੇਖੋ ਉਹਨਾਂ ਨੇ ਅਜੇ ਉਹਨਾਂ ਦੀ ਅਨਾਉਂਸਮੈਂਟ ਹੀ ਸੀ ਹੋਈ ਤੇ ਉਹਨਾਂ ਨੇ ਆਪਣੇ ਐਮਐਲਏਆਂ ਦੇ ਘਰ ਜਾਣਾ ਸ਼ੁਰੂ ਕੀਤਾ, ਸਾਰੇ ਜਿਹੜੇ ਸੀਨੀਅਰ ਲੀਡਰ ਸੀ ਉਹਨਾਂ ਦੇ ਘਰ ਜਾਣਾ ਸ਼ੁਰੂ ਕੀਤਾ। ਚੰਗੀ ਗੱਲ ਆ, ਹੁਣ ਤੇ ਉਹਨਾਂ ਦੀ ਅਨਾਉਂਸਮੈਂਟ ਹੋ ਗਈ ਆ ਔਰ ਜਿੱਥੇ ਵੀ ਜਾਣਗੇ ਸਾਡਾ ਫਰਜ਼ ਬਣਦਾ ਉਹਨਾਂ ਨੂੰ ਵੈਲਕਮ ਕਰੀਏ। ਹੁਣ ਅੱਜ ਮੈਨੂੰ ਪਤਾ ਲੱਗਾ ਬਾਜਵਾ ਸਾਹਿਬ ਦੇ ਘਰ ਉਹਨਾਂ ਆਉਣਾ ਤੇ ਬਾਜਵਾ ਸਾਹਿਬ ਦਾ ਮੈਨੂੰ ਵੀ ਫੋਨ ਆਇਆ, ਮੈਂ ਵੀ ਉੱਥੇ ਜਾਵਾਂਗਾ, ਉਹਨਾਂ ਨੂੰ ਵੈਲਕਮ ਕਰਾਂਗੇ। ਸਿੱਧੂ ਮਾਝੇ ਤੋਂ ਇਲੈਕਸ਼ਨ ਲੜਦੇ ਸੀ, ਮਾਲਵੇ 'ਚ ਵੀ ਨੇ, ਕੀ ਪ੍ਰਭਾਵ ਤੋਂ ਰਾਜਨੀਤਿਕ ਤੌਰ ਤੇ ਕੀ ਪ੍ਰਭਾਵ ਦੇਖਦੇ? ਇਕੱਲਾ ਮਾਝਾ ਮਾਲਵੇ ਦੀ ਨਹੀਂ, ਸਿੱਧੂ ਸਾਹਿਬ ਦਾ ਜਿਹੜਾ ਪ੍ਰਭਾਵ ਆ ਸਾਰੇ ਪੰਜਾਬ 'ਚ ਚੰਗਾ ਪਊਗਾ, ਬਹੁਤ ਚੰਗਾ ਇੰਪ੍ਰੈਸ਼ਨ ਜਾਊਗਾ। ਤੁਸੀਂ ਵੀ ਇੰਟਰਵਿਊਆਂ ਲੋਕਾਂ ਦੀਆਂ ਲੈਂਦੇ ਹੋ, ਤੁਹਾਨੂੰ ਵੀ ਪੰਜਾਬ ਦੀ ਸਾਰੀ ਜਾਣਕਾਰੀ ਆ। ਮੇਰਾ ਖਿਆਲ ਤੁਸੀਂ ਵੀ, ਪਤਾ ਨਹੀਂ ਤੁਸੀਂ ਐਜ਼ ਏ ਪੱਤਰਕਾਰ ਤਾਂ ਨਹੀਂ ਕਹਿ ਸਕਦੇ, ਪਰ ਦਿਲੋਂ ਤੁਸੀਂ ਵੀ ਮਹਿਸੂਸ ਕਰਦੇ ਹੋਵੋਗੇ ਕਿ ਪੰਜਾਬ 'ਚ ਕਾਂਗਰਸ ਦਾ ਗਰਾਫ ਸਿੱਧੂ ਸਾਹਿਬ ਦੇ ਪ੍ਰਧਾਨ ਨਾਲ ਬਹੁਤ ਉੱਚਾ ਚਲਾ ਗਿਆ। ਕੈਪਟਨ ਕਹਿ ਰਹੇ ਨੇ ਮਾਫੀ ਮੰਗਣ, ਤੁਹਾਨੂੰ ਕੀ ਲੱਗਦਾ ਮੰਗਣੀ ਚਾਹੀਦੀ ਹੈ ਜਾਂ ਕਿਵੇਂ ਹੱਲ ਹੋਣਾ ਚਾਹੀਦਾ ਇਹ ਮਸਲਾ? ਦੇਖੋ ਐਜ਼ ਏ ਛੋਟੇ ਭਰਾ, ਜਾਂ ਮੈਂ ਉਹ ਕੈਪਟਨ ਸਾਹਿਬ ਦਾ ਛੋਟਾ ਆ, ਉਹਨਾਂ ਦੀ ਇੱਜ਼ਤ ਕਰਦਾ ਆ, ਗਾਂ ਵੀ ਕਰਦਾ ਰਹੂੰਗਾ ਐਜ਼ ਏ ਐਲਡਰ, ਐਜ਼ ਏ ਲੀਡਰ ਵੀ ਉਹਨਾਂ ਦੀ ਕਰਦਾ ਰਿਹਾ। ਮਾਫੀ ਮੰਗਣ ਦੀ ਗੱਲ ਜਿੱਥੋਂ ਤੱਕ ਸੀਗੀ, ਮੇਰਾ ਖਿਆਲ ਮੈਂ ਕੱਲ ਬਾਜਵਾ ਸਾਹਿਬ ਦੀ ਵੀ ਇੰਟਰਵਿਊ ਵੇਖੀ ਆ, ਕੈਪਟਨ ਸਾਹਿਬ ਦਾ ਦਿਲ ਬਹੁਤ ਵੱਡਾ। ਦੇਖੋ ਗੱਲਾਂ ਪੋਲੀਟੀਕਲ ਤੌਰ ਤੇ ਕਈ ਵਾਰੀ ਹੋ ਜਾਂਦੀਆਂ, ਜਦੋਂ ਬੰਦਾ ਇੱਕ ਮੰਚ ਤੇ ਇਕੱਠਾ ਆ ਜਾਵੇ ਤੇ ਉਹਨੂੰ ਸਾਰਾ ਕੁਝ ਭੁੱਲਣਾ ਚਾਹੀਦਾ। ਹੁਣ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਵੀ ਭੁੱਲ ਗਏ ਸੀ ਕੈਪਟਨ ਸਾਹਿਬ, ਉਹ ਵੀ ਉਹਨਾਂ ਨਾਲ ਮੀਟਿੰਗ ਕਰਕੇ ਗਏ ਆ। ਤੇ ਸੁਖਪਾਲ ਸਿੰਘ ਖਹਿਰਾ ਜਿਹੜੇ ਹਮੇਸ਼ਾ ਕੈਪਟਨ ਸਾਹਿਬ ਨੂੰ, ਮੇਰਾ ਖਿਆਲ ਕੋਈ ਵੀ ਨਹੀਂ ਇੰਨੀ ਵਿਰੋਧਤਾ 'ਚ ਬੋਲਦਾ ਹੋਇਆ, ਮੈਂ ਉਹ ਲਫ਼ਜ਼ ਹੀ ਨਹੀਂ ਕਹਿ ਸਕਦਾ ਜੋ ਬੋਲਦੇ ਰਹੇ ਆ। ਤੇ ਜੇ ਉਹਨਾਂ ਨੂੰ ਵੀ ਭੁਲਾ ਕੇ ਉਹਨਾਂ ਗਲੇ ਨਾਲ ਲਾ ਲਿਆ ਤੇ ਸਿੱਧੂ ਸਾਹਿਬ ਦੀਆਂ ਵੀ ਗੱਲਾਂ ਜਿਹੜੀਆਂ ਭੁੱਲ ਜਾਣੀਆਂ ਚਾਹੀਦੀਆਂ ਸੀ, ਉਹਨਾਂ ਨੂੰ ਵੀ ਨਾਲ ਆਪਣੇ ਗਲੇ ਲਾਉਣਾ ਚਾਹੀਦਾ ਸੀ। ਉਹ
ਰਲ ਮਿਲ ਕੇ ਚੱਲਣਾ ਚਾਹੀਦਾ। ਹੁਣ ਤੁਸੀਂ ਹਲਕਿਆਂ 'ਚ ਸਵਾਗਤ ਕੋਈ ਪ੍ਰੋਗਰਾਮ ਹੋਣ ਜਾ ਰਿਹਾ ਸਿੱਧੂ ਦਾ, ਜਾਂ ਆਪਣੇ ਆਪਣੇ ਹਲਕਿਆਂ 'ਚ ਜਾਂ ਮਾਝੇ ਮਾਲਵੇ ਦੁਆਬੇ 'ਚ, ਕਿਉਂਕਿ ਸਿੱਧੂ ਸ਼ਾਇਦ ਅੰਮ੍ਰਿਤਸਰ ਜਾ ਰਹੇ ਨੇ ਕੱਲ੍ਹ? ਨਹੀਂ, ਇਹ ਮੈਨੂੰ ਨਹੀਂ ਅਜੇ ਪਤਾ, ਪਰ ਸਿੱਧੂ ਸਾਹਿਬ ਕਿਉਂਕਿ ਐਜ਼ ਏ ਪਾਰਟੀ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਬਣਦੀ ਆ ਕਿ ਸਾਰੇ ਥਾਵਾਂ ਤੇ ਜਾਵੇ, ਸਾਰੇ ਹਲਕਿਆਂ 'ਚ ਜਾਵੇ, ਜਿੱਥੇ ਜਿੱਥੇ ਵੀ ਜਾਣਗੇ ਲੋਕਾਂ ਨੇ ਸਵਾਗਤ ਕਰਨਾ ਉਹਨਾਂ ਦਾ। ਜੇ ਮੇਰੇ ਹਲਕੇ 'ਚ ਆਉਣਗੇ, ਮੇਰੇ ਹਲਕੇ ਦੇ ਲੋਕ, ਔਰ ਮੈਂ ਖੁਦ ਉਹਨਾਂ ਦਾ ਸਵਾਗਤ ਕਰੂੰਗਾ। ਧੰਨਵਾਦ ਸਰਕਾਰੀਆ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ। ਇਹ ਸਨ ਸਰਕਾਰੀਆ ਜਿਹੜੇ ਮੰਤਰੀ ਨੇ ਪੰਜਾਬ ਦੇ, ਕੈਬਨਿਟ ਮੰਤਰੀ, ਔਰ ਬੜੇ ਇੰਪੋਰਟੈਂਟ ਉਹਨਾਂ ਕੋਲੇ ਡਿਪਾਰਟਮੈਂਟ ਨੇ। ਸਰਕਾਰੀਆ ਹੋਰਾਂ ਦਾ ਕਹਿਣਾ ਕਿ ਰਲ ਮਿਲ ਕੇ ਚੱਲਣਾ ਚਾਹੀਦਾ। ਰਾਜਨੀਤੀ 'ਚ ਬਹੁਤ ਸਾਰੀਆਂ ਗੱਲਾਂ ਹੋ ਜਾਂਦੀਆਂ ਨੇ, ਉਹਨਾਂ ਨੂੰ ਭੁਲਾਉਣਾ ਵੀ ਚਾਹੀਦਾ ਹੈ। ਤਾਂ ਹੁਣ ਦੇਖਦੇ ਹਾਂ ਕੈਪਟਨ ਤੇ ਸਿੱਧੂ ਮਿਲ ਕੇ ਚੱਲਦੇ ਆ ਜਾਂ ਨਹੀਂ ਚੱਲਦੇ।